ਇਹਦੇ ਨਾਲ ਉਹਨਾਂ ਨੇ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਸਿੱਧੇ ਆ। ਇੱਕ ਤਾਂ ਪੰਜਾਬ ਰੋਡਵੇਜ਼ ਖਤਮ ਕਰ ਦੋ, ਜਿਹੜਾ ਇੰਪਲੋਇਮੈਂਟ ਦੇਣਾ ਉਹ ਖਤਮ ਕਰ ਦੋ, ਨਾਲ ਦੀ ਨਾਲ ਵੋਟਾਂ ਲੈਣ ਦੇ ਲਈ ਲੋਕਾਂ ਨੂੰ ਭਰਮਿਤ ਕੀਤਾ ਜਾ ਸਕੇ ਕਿ ਅਸੀਂ ਤੁਹਾਡੇ ਲਈ ਜਿਹੜਾ ਆ ਕੀਤਾ, ਫ੍ਰੀ ਸਫ਼ਰ ਕਰਨ ਲਈ ਪੈਸੇ ਹੈਗੇ ਨੇ, ਮੁਲਾਜ਼ਮਾਂ ਦੀਆਂ ਮੰਗਾਂ ਲਈ ਤੁਹਾਡੇ ਕੋਲ ਪੈਸੇ ਨਹੀਂ ਹੈਗੇ। ਵਿੱਤ ਮੰਤਰੀ ਪਿਛਲੇ 4 ਸਾਲਾਂ ਤੋਂ ਕਹਿ ਰਿਹਾ ਕਿ ਸਾਡਾ ਖਜ਼ਾਨਾ ਖਾਲੀ। ਜਦੋਂ ਗੱਲ ਕਰੋ ਸਾਡੇ ਨਾਲ ਮੀਟਿੰਗਾਂ ਹੁੰਦੀਆਂ। ਹੁਣ ਬੰਦਾ ਪੁੱਛੇ, ਚੁਟਕੀ ਮਾਰਿਆ ਇਲੈਕਸ਼ਨ ਦਾ ਪ੍ਰੋਸੈਸ ਸ਼ੁਰੂ ਹੋਇਆ, ਕਹਿਣ ਲੱਗੇ ਵੀ ਸਾਡੇ ਕੋਲ ਖਜ਼ਾਨਾ ਭਰ ਗਿਆ, ਅਸੀਂ ਜਿਹੜੀ ਆ ਫ੍ਰੀ ਬੱਸ ਜਿਹੜੀ ਆ ਸੇਵਾ ਦੇ ਦਈਏ, ਅਸੀਂ ਅਖਬਾਰਾਂ ਦੇ ਵਿੱਚ ਐਡ ਲਵਾ ਲਈਏ। ਹੁਣ ਪੈਸਾ ਕਿਹੜਾ ਨਾ ਕਿਹੜੀ ਏਜੰਸੀ ਦੇ ਕੇ ਗਈ ਆ। ਸੋ ਕਹਿਣ ਤੋਂ ਮਤਲਬ ਬੇਵਕੂਫ ਬਣਾਉਣਾ ਇਹਨਾਂ ਦੀ ਫਿਤਰਤ ਦੇ ਵਿੱਚ ਆ। ਪਹਿਲੇ ਇਹ ਕੀ ਕਰਨਗੇ, ਬੱਸਾਂ ਜਦੋਂ ਖਤਮ ਹੋ ਗਿਆ ਜੀ, ਪੈਸੇ ਹੈ ਨਹੀਂ, ਉਹਨੂੰ ਪ੍ਰਾਈਵੇਟ ਹੱਥਾਂ 'ਚ ਦੇ ਦੇਣਗੇ। ਫਿਰ ਹੌਲੀ ਹੌਲੀ ਇਹ ਜਿਹੜੀਆਂ ਸਾਡੀਆਂ ਜਗਾਵਾਂ ਨੇ ਡੀਪੂਆਂ ਦੀਆਂ, ਜਿਹੜੇ ਬੱਸ ਅੱਡੇ ਨੇ, ਉਹ ਵੀ ਮਹਿੰਗੇ ਭਾਅ 'ਤੇ ਵੇਚਣਗੇ। ਅੱਜ ਅਸੀਂ ਫ੍ਰੀ ਸਫ਼ਰ ਕਰਕੇ ਖੁਸ਼ ਹੋਵਾਂਗੇ, ਪਰ ਆਉਣ ਵਾਲੇ ਟਾਈਮ 'ਚ ਅਸੀਂ ਦੁੱਗਣਾ ਪੇ ਕਰਾਂਗੇ। ਉਹ ਕੀ ਕਹਿ ਰਹੇ ਨੇ ਵੀ ਪੜ੍ਹਿਆ ਲਿਖੀ ਜਿਹੜੀ ਜਮਾਤ ਇੱਥੋਂ ਚਲੇ ਜਾਵੇ ਤਾਂ ਕਿ ਅਸੀਂ ਇੱਥੋਂ ਦੇ ਜਿਹੜੇ ਕੁਦਰਤੀ ਰਿਸੋਰਸਿਸ ਆ ਉਹਨਾਂ ਦੇ ਉੱਤੇ ਕਾਬਜ਼ ਹੋ ਕੇ ਲੁੱਟ ਖਸੁੱਟ ਕਰਕੇ ਪੰਜਾਬ ਨੂੰ ਨੰਗਾ ਕਰਕੇ ਇਹਦੇ ਉੱਤੇ ਰਾਜ ਕਰੀਏ। ਇੱਕੋ ਬੜੀ ਗੱਲ ਕਰਦੇ ਹੁੰਦੇ ਆ, ਸਰਕਾਰ ਹੋਇਆ ਕਰਦੀ ਆ, ਉਹ ਮਾਂ ਹੋਇਆ ਕਰਦੀ ਆ ਤੇ ਉਹ ਆਪਣੇ ਬੱਚਿਆਂ ਬਾਰੇ ਸੋਚਦੀ ਆ ਕਿ ਜੇ ਮਾਂ ਹੋਇਆ ਕਰਦੀ, ਮਾਂ ਤਾਂ ਭੁੱਖੀ ਰਿਹਾ ਕਰਦੀ ਆ, ਬੱਚਿਆਂ ਦਾ ਪੇਟ ਪਾਲਦੀ ਆ। ਪਰ ਇੱਥੇ ਕੀ ਹੋ ਰਿਹਾ, ਇੱਥੇ ਤਾਂ ਮਾਂ ਰੱਜ ਰਹੀ ਆ, ਰੱਜ ਕੇ ਢਿੱਡ ਪਟਣ ਜੋਗੇ ਹੋ ਗਏ ਇਹਨਾਂ ਦੇ, ਫਿਰ ਵੀ ਇਹ ਰੱਜ ਨਹੀਂ ਰਹੇ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ ਤੇ ਤੁਹਾਡਾ ਸਭ ਦਾ ਸਵਾਗਤ ਹੈ। ਗੱਲ ਕਰਾਂਗੇ ਕੈਪਟਨ ਦੀ ਸਰਕਾਰ, ਪੰਜਾਬ ਦੀ ਸਰਕਾਰ ਨੇ ਕਿਹੜੇ ਕੰਮ ਕੀਤੇ ਨੇ। ਆਪਾਂ ਦੇਖਿਆ ਸੀ ਕਿ 1 ਅਪ੍ਰੈਲ ਤੋਂ ਬੱਸਾਂ ਦਾ ਸਫ਼ਰ ਮੁਫਤ ਕਰ ਦਿੱਤਾ ਗਿਆ ਹੈ ਬੀਬੀਆਂ ਵਾਸਤੇ। ਉਸ ਨੂੰ ਲੈ ਕੇ ਸਮਾਜ ਵਿੱਚ ਤੇ ਮੁਲਾਜ਼ਮਾਂ ਵਿੱਚ ਕੀ ਦਰਸਾਇਆ ਜਾ ਰਿਹਾ ਹੈ, ਕੀ ਫਰਕ ਦਿਸਦਾ ਹੈ, ਕੀ ਵਾਕਈ ਹੀ ਮੁਲਾਜ਼ਮ ਤੇ ਸਮਾਜ ਇਸ ਵਰਗ ਤੋਂ ਖੁਸ਼ ਨੇ। ਸਾਨੂੰ ਸੁਖਚੈਨ ਸਿੰਘ ਖਹਿਰਾ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਜੋ ਕਿ ਮੁਲਾਜ਼ਮ ਨੇ, ਉਹ ਮੈਨੀਫੈਸਟੋ ਦੀ ਵੀ ਗੱਲ ਕਰਾਂਗੇ ਜੋ ਪੰਜਾਬ ਸਰਕਾਰ ਨੇ, ਕੈਪਟਨ ਸਰਕਾਰ ਨੇ, ਜੋ 2017 ਦੇ ਵਿੱਚ ਮੈਨੀਫੈਸਟੋ ਵਿੱਚ ਵਾਅਦੇ ਲਿਖੇ ਸੀ ਕਿ ਉਹ ਵਾਅਦੇ ਪੂਰੇ ਹੋ ਗਏ ਨੇ। ਸੁਖਚੈਨ ਸਿੰਘ ਖਹਿਰਾ ਸਾਡੇ ਨਾਲ ਨੇ ਔਰ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਵਿੱਤ ਮੰਤਰੀ ਕਹਿ ਦਿੰਦੇ ਨੇ ਕਿ ਖਜ਼ਾਨਾ ਖਾਲੀ ਹੈ, ਫਿਰ ਬੱਸਾਂ ਵਿੱਚ ਸਫ਼ਰ ਫ੍ਰੀ ਕਿਉਂ ਕੀਤਾ ਗਿਆ, ਕਿ ਅੱਗੇ ਜਾ ਕੇ ਚੋਣਾਂ ਨੇ, ਅੱਗੇ ਇਲੈਕਸ਼ਨ ਨੇ, ਇਸ ਦੇ ਮੱਦੇਨਜ਼ਰ ਇਹ ਸਾਰਾ ਸਟੰਟ ਕੀਤਾ ਜਾ ਰਿਹਾ। ਸਾਨੂੰ ਸੁਖਚੈਨ ਸਿੰਘ ਖਹਿਰਾ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਸੁਖਚੈਨ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਸਪਸ਼ਟ ਸਵਾਲ ਇੱਕ ਸਿੱਧਾ, ਕਿ ਤੁਸੀਂ ਇਸ ਚੀਜ਼ ਤੋਂ ਖੁਸ਼ ਹੋ ਕਿ ਜੋ ਪੰਜਾਬ ਸਰਕਾਰ ਨੇ ਬੱਸਾਂ ਵਿੱਚ ਔਰਤਾਂ ਦਾ ਸਫ਼ਰ ਫ੍ਰੀ ਕਰ ਦਿੱਤਾ ਗਿਆ ਹੈ, ਕਿ ਸਮਾਜ ਜਾਂ ਮੁਲਾਜ਼ਮ ਜਿਹੜੇ ਹੈਗੇ ਨੇ, ਠੀਕ ਹੈ, ਇੱਕ ਬੀਬੀਆਂ ਇਸ ਵੇਲੇ ਖੁਸ਼ ਨੇ, ਸਫ਼ਰ ਕੀਤਾ ਜਾ ਰਿਹਾ, ਕਿ ਮੁਲਾਜ਼ਮ ਖੁਸ਼ ਨੇ, ਕਿ ਮੁਲਾਜ਼ਮ ਹਾਲੇ ਵੀ ਸੋਚਦੇ ਨੇ ਕਿ ਪੈਂਡਿੰਗ ਪਈਆਂ ਜਾਂ ਪੁਰਾਣੀਆਂ ਮੰਗਾਂ ਸਾਡੀਆਂ ਬਹਾਲ ਨਹੀਂ ਹੋਈਆਂ, ਇੱਕ ਨਵਾਂ ਲੋਲੀਪੌਪ ਦੇ ਦਿੱਤਾ ਗਿਆ। ਦੇਖੋ, ਜੋ ਵੀ ਸਰਕਾਰ ਹੁੰਦੀ ਆ ਲੋਕਤੰਤਰ ਦੇ ਵਿੱਚ ਲੋਕਾਂ ਦੇ ਵੈਲਫੇਅਰ ਦੇ ਲਈ ਹੁੰਦੀ ਆ, ਲੇਕਿਨ ਵੈਲਫੇਅਰ ਦੇ ਲਈ ਕੰਮ ਕਰਨ ਤੋਂ ਪਹਿਲਾਂ ਉਹਦੀ ਇੱਕ ਪਰਮਾਨੈਂਟ ਪਾਲਿਸੀ ਬਣਾਉਣੀ ਪੈਂਦੀ ਆ ਕਿ ਜੇ ਅਸੀਂ ਘਰ ਚਲਾਉਣਾ, ਆਪਾਂ ਵੀ ਘਰਾਂ ਦੇ ਵਿੱਚ ਦੇਖਦੇ ਆ ਕਿ ਸਾਡੇ ਘਰ ਦੇ ਵਿੱਚ ਹੈ ਕੀ ਹੈ ਅਤੇ ਉਹਦੇ ਹਿਸਾਬ ਨਾਲ ਅਸੀਂ ਕੰਮ ਕਰਦੇ ਹਾਂ। ਜੇ ਨਹੀਂ ਆ ਤਾਂ ਉਹਦਾ ਅਰੇਂਜ ਕੀਤਾ ਜਾਂਦਾ ਵੀ ਜੋ ਅਸੀਂ ਕੰਮ ਕਰਨ ਲੱਗੇ ਹਾਂ, ਜਿਵੇਂ ਸਪੋਜ਼ ਕਰੋ ਅਸੀਂ ਘਰ ਹੀ ਬਣਾਉਣਾ ਅਤੇ ਉਹਦੇ ਲਈ ਲੋਨ ਲੈਣਾ, ਸਾਡੇ ਕੋਲ ਪੈਸੇ ਨਹੀਂ ਹੈਗੇ, ਪਰ ਸਾਡੇ ਕੋਲ ਲੋਨ ਉਤਾਰਨ ਦੇ ਲਈ ਰਿਸੋਰਸਿਸ ਹੈਗੇ ਆ, ਫਿਰ ਤਾਂ ਆਪਾਂ ਲੋਨ ਲੈਂਦੇ। ਇਸੇ ਤਰ੍ਹਾਂ ਜੇ ਸਰਕਾਰ ਨੇ ਕਿਸੇ ਤਰ੍ਹਾਂ ਦਾ ਕੋਈ ਫਾਇਦਾ ਸਾਡੇ ਆਮ ਲੋਕਾਂ ਨੂੰ, ਸਮਾਜ ਨੂੰ ਦੇਣਾ, ਜਿਹੜਾ ਉਹਦਾ ਕਰਤੱਵ ਆ, ਪਰ ਉਹਨੂੰ ਪਹਿਲੇ ਦੇਖਣਾ ਪਏਗਾ ਕਿ ਉਹਦੇ ਲਈ ਉਹਨੇ ਕੀ ਹੋਮਵਰਕ ਕੀਤਾ। ਸੋ ਸਰਕਾਰ ਦਾ ਜੇ ਹੋਮਵਰਕ ਦੇਖਿਆ ਜਾਵੇ ਤਾਂ ਉਹ ਹੋਮਵਰਕ ਇਹ ਆ ਕਿ ਇਹਨਾਂ ਨੇ ਕੁਝ ਏਜੰਸੀਆਂ ਹਾਇਰ ਕਰ ਲਈਆਂ ਜੋ ਅਗਲੇ ਸਾਲ ਆਉਣ ਵਾਲੀ ਇਲੈਕਸ਼ਨ ਆ ਉਹਨੂੰ ਜਿੱਤਣ ਦੇ ਲਈ ਇੱਕ ਸਟੰਟਬਾਜ਼ੀ ਸ਼ੁਰੂ ਕਰਤੀ। 4 ਸਾਲ ਤਾਂ ਵੈਲਫੇਅਰ ਸਕੀਮਾਂ ਜਿਹੜੀ ਆ ਉਹ ਠੰਡੇ ਬਸਤੇ ਦੇ ਵਿੱਚ ਪਾ ਕੇ ਰੱਖੀਆਂ, ਕੁਛ ਨਹੀਂ ਦਿੱਤਾ। ਅਤੇ ਹੁਣ ਜਦੋਂ ਇਲੈਕਸ਼ਨ ਆ ਰਹੀਆਂ ਤਾਂ ਫਿਰ ਇਹੋ ਜਿਹੀਆਂ ਜਿਹੜੀਆਂ ਹੈਗੀਆਂ ਸਾਨੂੰ ਲੋਕ ਲੁਭਾਵਣੇ ਜਿਹੜੀ ਇਹ ਕੰਮ ਆ ਉਹ ਕੀਤੇ ਜਾ ਰਹੇ ਨੇ ਤਾਂ ਕਿ ਸਾਡੀਆਂ ਵੋਟਾਂ ਲਈਆਂ ਜਾਣ। ਸੋ ਵੋਟਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਕਿਸੇ ਦੀ ਵੈਲਫੇਅਰ ਲਈ ਕੰਮ ਨਹੀਂ ਕੀਤਾ ਜਾ ਰਿਹਾ। ਜੇ ਪੰਜਾਬ ਰੋਡਵੇ ਦੇ ਵਿੱਚ ਸਫ਼ਰ ਫ੍ਰੀ ਕੀਤਾ ਜਾ ਰਿਹਾ, ਉਹ ਜਿਹੜੀ ਪੰਜਾਬ ਰੋਡਵੇਜ਼ ਆ ਉਹ ਪਹਿਲਾਂ ਹੀ ਘਾਟੇ ਦੇ ਵਿੱਚ ਚੱਲ ਰਹੀ ਆ, ਉਹਨੂੰ ਫਾਇਦੇ 'ਚ ਕੀ ਲੈਣਾ, ਉਹਦੀ ਫਲੀਟ ਦੇ ਵਿੱਚ ਹੋਰ ਬੱਸਾਂ ਕੀ ਐਡ ਕਰਨੀਆਂ, ਉਹ ਸਰਕਾਰ ਉਸ ਵੱਲ ਧਿਆਨ ਨਹੀਂ। ਜੇ ਬੱਸ ਅੱਡਿਆਂ ਦੇ ਵਿੱਚ ਜਾ ਕੇ ਤਸਵੀਰ ਦੇਖੀ ਜਾਵੇ ਤੇ ਇਹ ਜਿਹੜੇ ਪੋਲੀਟੀਕਲ ਲੋਕ ਨੇ, ਇਹ ਇੱਕ ਨੈਕਸਸ ਬਣਾਇਆ ਹੋਇਆ ਇਹਨਾਂ ਨੇ,
ਉਹ ਕੀ ਕਰਦੇ ਨੇ, ਉਹਨਾਂ ਨੇ ਆਪਣੀਆਂ ਬੱਸਾਂ ਟਰਾਂਸਪੋਰਟਾਂ ਜਿਹੜੀ ਆ ਉਹਨੂੰ ਜਿਹੜਾ ਪ੍ਰਮੋਟ ਕਰਨ ਦੇ ਲਈ ਬੱਸ ਅੱਡਿਆਂ ਦੇ ਵਿੱਚ ਇੱਕ ਗੁੰਡਾਗਰਦੀ ਦੇ ਤਹਿਤ ਬਹੁਤ ਵੱਡੇ ਗੁੰਡੇ ਜਿਹੜੇ ਆ ਉਹ ਉੱਥੇ ਬਿਠਾਏ ਹੋਏ ਨੇ। ਉਹ ਜਿਹੜੀ ਬੱਸ ਨੂੰ 2 ਮਿੰਟ ਦਾ ਟਾਈਮ ਉਹ 10 ਮਿੰਟ ਅੱਡੇ ਦੇ ਉੱਤੇ ਦਿੰਦੇ। ਜਿੰਨੀ ਦੇਰ ਤੱਕ ਪ੍ਰਾਈਵੇਟ ਬੱਸ ਭਰਦੀ ਨਹੀਂ ਹੈ ਉਨੀ ਦੇਰ ਤੱਕ ਉਹ ਆਪਣੀ ਬੱਸ ਜਿਹੜੀ ਆ ਕਾਊਂਟਰ 'ਤੇ ਨਹੀਂ ਕੱਢਦੇ। ਉਸ ਤੋਂ ਬਾਅਦ ਜਦੋਂ ਸਰਕਾਰੀ ਬੱਸ ਦਾ ਟਾਈਮ ਆਉਂਦਾ ਤਾਂ 1 ਮਿੰਟ ਬਾਅਦ ਹੀ ਉਹਨੂੰ ਕੱਢ ਦਿੱਤਾ ਜਾਂਦਾ, ਜਦ ਕਿ ਇਸ ਤੋਂ ਪਹਿਲੇ 10 ਮਿੰਟ ਸਰਕਾਰੀ ਬੱਸ ਨੂੰ ਮਿਲਦਾ ਸੀ, 1 ਮਿੰਟ ਪ੍ਰਾਈਵੇਟ ਬੱਸ ਨੂੰ ਮਿਲਦਾ ਸੀ। ਕਹਿਣ ਤੋਂ ਮਤਲਬ ਕਿ ਹਰ ਤਰ੍ਹਾਂ ਨਾਲ ਜਿਹੜੇ ਪੰਜਾਬ ਰੋਡਵੇਜ਼ ਆ ਜਾਂ ਪੈਪਸੂ ਆ ਉਹਨੂੰ ਕੰਡਮ ਕੀਤਾ ਜਾ ਰਿਹਾ ਇੱਕ ਪਾਲਿਸੀ ਦੇ ਤਹਿਤ, ਤਾਂ ਕਿ ਇਹਦੀ ਥਾਂ ਦੇ ਉੱਤੇ ਪ੍ਰਾਈਵੇਟ ਪਲੇਅਰ ਜਿਹੜਾ ਉਹ ਆਪਣਾ ਜਿਹੜਾ ਵਾ ਕੰਮ ਚਲਾ ਸਕਣ, ਬਿਜ਼ਨਸ ਚਲਾ ਸਕਣ। ਇਹਦੇ ਨਾਲ ਉਹਨਾਂ ਨੇ ਇੱਕ ਤੀਰ ਦੇ ਨਾਲ 2 ਨਿਸ਼ਾਨੇ ਸਿੱਧੇ ਆ। ਇੱਕ ਤਾਂ ਪੰਜਾਬ ਰੋਡਵੇਜ਼ ਖਤਮ ਕਰ ਦਿਓ, ਜਿਹੜਾ ਇੰਪਲੋਇਮੈਂਟ ਦੇਣਾ ਉਹ ਖਤਮ ਕਰ ਦਿਓ, ਸਰਕਾਰ ਦੇ ਉੱਤੇ ਜਿਹੜੇ ਲੋਕਾਂ ਦਾ ਇੰਪਲੋਇਮੈਂਟ ਦਾ ਬੋਝ ਆ ਉਹ ਨਾ ਪਵੇ, ਤੇ ਨਾਲ ਦੀ ਨਾਲ ਜਦੋਂ ਟਰਾਂਸਪੋਰਟ ਖਤਮ ਹੋ ਗਈ ਆਪਣੇ ਚਹੇਤਿਆਂ ਨੂੰ ਉਹ ਬੱਸਾਂ ਉਹ ਟਰਾਂਸਪੋਰਟਰ ਉਹਨਾਂ ਨੂੰ ਪ੍ਰਮੋਟ ਕੀਤਾ ਜਾ ਸਕੇ। ਨਾਲ ਦੀ ਨਾਲ ਵੋਟਾਂ ਲੈਣ ਦੇ ਲਈ ਲੋਕਾਂ ਨੂੰ ਭਰਮਿਤ ਕੀਤਾ ਜਾ ਸਕੇ ਕਿ ਅਸੀਂ ਤੁਹਾਡੇ ਲਈ ਜਿਹੜਾ ਆ ਕੀਤਾ। ਪਰ ਜੇ ਲੋਕ ਸਿਆਣੇ ਹੋਣਗੇ ਉਹ ਦੂਰਅੰਦੇਸ਼ੀ ਤੋਂ ਕੰਮ ਲੈਣਗੇ। ਉਹਨਾਂ ਨੂੰ ਦੇਖਣਾ ਪਊ ਕਿ ਬੇਸਿਕ ਜਿਹੜਾ ਹੈ ਉਹ ਕੀ ਆ, ਜਿਹੜੀ ਸਾਨੂੰ ਲੋੜ ਕੀ ਹੈ ਸਮਾਜ, ਸਾਨੂੰ ਰੁਜ਼ਗਾਰ ਦੀ ਲੋੜ ਆ। ਸਾਡੇ ਬੱਚੇ ਜਿਹੜੇ ਆ ਇੰਨੇ ਪੜ੍ਹ ਕੇ ਉਹਨਾਂ ਨੂੰ ਰੁਜ਼ਗਾਰ ਮਿਲਣਾ। ਤੇ ਜੇ ਇਹੋ ਜਿਹੀਆਂ ਰੋਡਵੇਜ਼ ਵਰਗੀਆਂ ਸੰਸਥਾਵਾਂ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਰੁਜ਼ਗਾਰ ਮਿਲਣਾ ਸੀਗਾ, ਕੰਡਕਟਰ, ਜਿਹੜੇ ਮਕੈਨਿਕਸ, ਜਿਹੜੇ ਡਰਾਈਵਰ, ਫਿਰ ਉਹਦੇ 'ਚ ਕਲਾਸ 4, ਫਿਰ ਉਹਦੇ ਵਿੱਚ ਜਿਹੜੇ ਹੈਗੇ ਆ ਜਿਹੜੇ ਚੈੱਕ ਕਰਨ ਵਾਲੇ ਇੰਸਪੈਕਟਰਸ ਵਗੈਰਾ, ਹੁਣ ਉਹ ਸਾਰੇ ਦੇ ਸਾਰੇ ਜੇ ਰੋਡਵੇਜ਼ ਖਤਮ ਹੁੰਦੀ ਆ ਉਹ ਰੁਜ਼ਗਾਰ ਖਤਮ ਹੋ ਗਿਆ। ਅਤੇ ਜਿਹੜੇ ਲੋਕ ਖੁਸ਼ ਹੁੰਦੇ ਆ ਉਹਨਾਂ ਨੂੰ ਸੋਚ ਕੇ ਦੇਖਣ ਕਿ ਉਹ ਕਿੰਨੇ ਕੁ ਹਜ਼ਾਰ ਰੁਪਏ ਦਾ ਜਿਹੜਾ ਉਹ ਸਫ਼ਰ ਕਰਦੇ ਹੋਣਗੇ, ਕਿੰਨੇ ਚੰਦ ਪੈਸੇ ਵਾਲੀ ਸਾਲ ਦੇ ਵਿੱਚ 1000-2000 ਤੋਂ ਵੱਧ ਸਫ਼ਰ ਨਹੀਂ ਕਰਦੇ। ਪਰ ਇੱਕ ਬੱਚੇ ਨੂੰ ਤਨਖਾਹ ਜਿਹੜੀ ਹੈਗੀ ਆ ਉਹਦੀ ਮਹੀਨੇ ਦੀ ਜਿਹੜੀ ਹੋਣੀ ਆ ਉਹਦੇ ਨਾਲ ਉਹਦੇ ਘਰ ਦਾ ਨਿਰਵਾਹ ਚੱਲਣਾ, ਪਰ ਉਹ ਦਰਵਾਜ਼ੇ ਬੰਦ ਕਰ ਦਿੱਤੇ ਜਾਣਗੇ। ਸੋ ਲੋਕਾਂ ਨੂੰ ਸੋਚਣਾ ਪੈਣਾ। ਸਰਕਾਰਾਂ ਬਹੁਤ ਸ਼ਾਤਰ ਨੇ। ਇਹ ਕਾਂਗਰਸ ਦਾ ਜਿਹੜਾ ਤੀਰ ਚਲਾਇਆ ਗਿਆ, ਅਸੀਂ ਇਹਦੀ ਨਿਖੇਧੀ ਕਰਦੇ ਹਾਂ। ਸਾਨੂੰ ਉਹ ਰੁਜ਼ਗਾਰ ਦੇਵੇ ਜਿਹੜੇ ਵਾਅਦੇ ਉਹਨਾਂ ਨੇ ਕੀਤੇ ਸੀਗੇ ਆਪਣੇ ਮੈਨੀਫੈਸਟੋ ਦੇ ਵਿੱਚ ਉਹ ਪੂਰੇ ਕਰਨ। ਅਤੇ ਜੇ ਮੁਲਾਜ਼ਮ ਵਰਗ ਦੀ ਗੱਲ ਕੀਤੀ ਜਾਵੇ ਤਾਂ ਇਹਦੇ ਵਿੱਚ ਆ ਦੇਖੋ 7 ਵਾਅਦੇ ਕੀਤੇ ਸੀਗੇ। ਇਹ 7 ਵਾਅਦੇ ਅਜੇ ਤੱਕ ਤੇ ਕੀ ਪੂਰੇ ਕਰਨੇ ਆ, ਹੋਰ ਮੰਗਾਂ ਇਹਨਾਂ ਨੇ ਜਿਹੜੀ ਆ ਵਧਾਤੀ ਆ। ਇਹ ਆਪਣੇ ਹੀ ਮੈਨੀਫੈਸਟੋ ਦੇ ਐਂਟੀ ਚੱਲੇ ਆ। ਸਭ ਤੋਂ ਪਹਿਲੇ ਉਹਨਾਂ ਨੇ ਕਿਹਾ ਸੀ ਡੀਏ ਦਾ ਏਰੀਅਰ ਦੇਵਾਂਗੇ, ਪਹਿਲੀ ਡਿਮਾਂਡ ਆ। ਅਜੇ ਤੱਕ ਸਾਨੂੰ ਸਿਰਫ 9% ਡੀਏ ਮਿਲਿਆ, 3% ਜਿਹੜਾ ਅਤੇ 3 ਕਿਸ਼ਤਾਂ ਜਿਹੜੀਆਂ ਹੈਗੀਆਂ ਉਹ ਨਹੀਂ ਮਿਲੀਆਂ, 16% 2 ਕਿਸ਼ਤਾਂ ਹੋਰ ਡਿਊ ਹੋ ਗਈਆਂ। ਉਸ ਤੋਂ ਬਾਅਦ 150 ਮਹੀਨਿਆਂ ਦਾ ਸਾਡਾ ਜਿਹੜਾ ਹੈਗਾ ਉੱਪਰ ਦਾ ਏਰੀਅਰ ਪਿਆ। ਫਿਰ ਇਹਨਾਂ ਨੇ ਨੰਬਰ 2 'ਤੇ ਕਿਹਾ ਸੀ ਕਿ ਅਸੀਂ ਜਿਹੜਾ 6th ਪੇ ਕਮਿਸ਼ਨ ਆਉਂਦੇ ਹੀ 3 ਮਹੀਨੇ ਦੇ ਵਿੱਚ ਕਰ ਦਾਂਗੇ। ਔਰ ਮੈਨੂੰ ਲੱਗਦਾ ਵੀ ਰਹਿ ਹੀ ਹੁਣ 7-8 ਮਹੀਨੇ ਗਏ ਇਲੈਕਸ਼ਨ ਦੇ, ਅਜੇ ਤਾਈਂ ਉਹ ਨਹੀਂ ਕੀਤਾ। ਉਹਦੀ ਡੇਟ ਫਿਰ ਅੱਗੇ ਕਰ ਦਿੱਤੀ ਗਈ ਆ। ਸੋ ਮੈਨੀਫੈਸਟੋ ਦੇ ਪੂਰੇ ਨਹੀਂ ਤੁਸੀਂ ਆ ਰਹੇ। ਕੱਚੇ ਮੁਲਾਜ਼ਮ ਜਿਹੜੇ ਪੱਕੇ ਕਰਨੇ, ਜਿਹੜੇ ਰੋਡਵੇਜ਼ 'ਤੇ ਕਿੱਥੋਂ ਕਰੋਗੇ, ਉਹ ਅਜੇ ਤੱਕ ਨਹੀਂ ਕੀਤੇ ਹੈਗੇ। ਪੁਰਾਣੀ ਪੈਨਸ਼ਨ ਜਿਹੜੀ ਬਹਾਲ ਕਰਨੀ ਸੀ ਸਾਡੇ ਨਵੇਂ ਸਾਥੀ ਬੱਚਿਆਂ ਦੀ, ਜਿਹੜੇ ਸਮਾਜ ਦੇ ਵਿੱਚੋਂ ਬੱਚੇ ਆਣੇ ਆ ਉਹ ਸਫ਼ਰ ਤਾਂ ਫਿਰ ਕਰਨਗੇ, ਸਫ਼ਰ ਕਰ ਲੈਣਗੇ ਜੇ ਉਹਨਾਂ ਨੂੰ ਰੁਜ਼ਗਾਰ ਮਿਲਿਆ। ਅਤੇ ਜਦੋਂ ਤੁਸੀਂ ਉਹਨਾਂ ਨੂੰ ਰੁਜ਼ਗਾਰ ਹੀ ਨਹੀਂ ਦੇਣਾ, ਪੈਨਸ਼ਨਾਂ ਹੀ ਨਹੀਂ ਦੇਣੀਆਂ, ਉਹਨਾਂ ਦਾ ਬੁਢਾਪਾ ਹੀ ਸੁਰੱਖਿਅਤ ਨਹੀਂ ਕਰਨਾ, ਤਾਂ ਫਿਰ ਇਹੋ ਜਿਹੇ ਕੰਮਾਂ ਦਾ ਕੀ ਫਾਇਦਾ। ਇਹਦਾ ਸਭ ਤੋਂ ਵੱਡਾ ਕੰਮ ਕੀ ਆ, ਦੇਖੋ ਇਹ ਅਖਬਾਰਾਂ ਦੇ ਵਿੱਚ ਪਿਛਲੇ ਦਿਨਾਂ ਦੇ ਉੱਚ ਇਹ ਕੀ ਆ ਕਿ ਐਡਵਰਟਾਈਜ਼ਮੈਂਟ, ਦੇਖੋ ਪੂਰਾ ਪੇਜ ਐਡਵਰਟਾਈਜ਼ਮੈਂਟ ਦਾ। ਇਸ ਤਰ੍ਹਾਂ ਜੇ ਆਪਾਂ ਦੂਜੀ ਅਖਬਾਰ ਦੇਖ ਲਈਏ ਤੇ ਇਹਦੇ ਵਿੱਚ ਵੀ ਦੇਖੋ ਇਹ ਰੋਜ਼ ਹੀ ਰੂਟੀਨ ਦੇ ਵਿੱਚ ਜਿਹੜੇ ਆ ਇਹ ਸਰਕਾਰ ਵੱਲੋਂ ਆਪਣੀ ਐਡਵਰਟਾਈਜ਼ਮੈਂਟ ਦਿੱਤੀ ਜਾ ਰਹੀ ਆ। ਹੁਣ ਕਹਿਣ ਤੋਂ ਮਤਲਬ ਕੀ ਆ ਕਿ ਇੰਨੇ ਪੈਸੇ ਖਰਚਣ ਲਈ ਖਜ਼ਾਨੇ 'ਚ ਪੈਸੇ ਹੈਗੇ ਨੇ, ਫ੍ਰੀ ਸਫ਼ਰ ਕਰਨ ਲਈ ਪੈਸੇ ਹੈਗੇ ਨੇ, ਮੁਲਾਜ਼ਮਾਂ ਦੀਆਂ ਮੰਗਾਂ ਲਈ ਤੁਹਾਡੇ ਕੋਲ ਪੈਸੇ ਨਹੀਂ ਹੈਗੇ, ਬਾਕੀ ਜਿਹੜੇ ਸਮਾਜ ਦੇ ਕੰਮ ਰਹਿੰਦੇ ਆ, ਜਿਹੜਾ ਰੁਜ਼ਗਾਰ ਦੇਣਾ ਜਿਹੜਾ ਤੁਹਾਡਾ ਕੰਮ, ਉਹਦੇ ਲਈ ਤੁਹਾਡੇ ਕੋਲ ਪੈਸੇ ਨਹੀਂ ਹੈਗੇ। ਬੱਚੇ ਦਰ ਦੀਆਂ ਠੋਕਰਾਂ ਖਾ ਰਹੇ ਆ, ਬਾਹਰ ਇਮੀਗ੍ਰੇਸ਼ਨ ਲਈ ਕਰੋੜਾਂ ਰੁਪਏ ਖਰਚ ਰਹੇ ਨੇ। ਉਹ ਕੀ ਕਹਿ ਰਹੇ ਨੇ ਵੀ ਪੜ੍ਹਿਆ ਲਿਖੀ ਜਿਹੜੀ ਜਮਾਤ ਇੱਥੋਂ ਚਲੇ ਜਾਵੇ ਤਾਂ ਕਿ ਅਸੀਂ ਇੱਥੋਂ ਦੇ ਜਿਹੜੇ ਕੁਦਰਤੀ ਰਿਸੋਰਸਿਸ ਆ ਉਹਨਾਂ ਦੇ ਉੱਤੇ ਕਾਬਜ਼ ਹੋ ਕੇ ਲੁੱਟ ਖਸੁੱਟ ਕਰਕੇ ਪੰਜਾਬ ਨੂੰ ਨੰਗਾ ਕਰਕੇ ਇਹਦੇ ਉੱਤੇ ਰਾਜ ਕਰੀਏ, ਅਤੇ ਸਾਨੂੰ ਉਹ ਗੁਲਾਮ ਬਣਾ ਰਹੇ ਨੇ। ਸੋ ਅਸੀਂ ਇਹਨੂੰ ਕੰਡੈਮਡ ਕਰਦੇ ਹਾਂ।
ਜਿਸ ਤੱਕ ਤੁਸੀਂ ਸਾਰੀ ਗੱਲਬਾਤ ਰੱਖੀ ਹੈ ਵੀ ਤੁਹਾਡੇ ਵਾਅਦੇ ਵੀ ਨਹੀਂ ਪੂਰੇ ਹੋਏ, 2017 ਵਿੱਚ ਤੁਸੀਂ ਮੈਨੀਫੈਸਟੋ ਵੀ ਦਿਖਾਇਆ, ਤੁਹਾਡੀ ਵੀ ਚੀਜ਼ਾਂ ਲੈ ਕੇ ਸਰਕਾਰ ਨੇ ਵਾਅਦੇ ਕੀਤੇ ਸੀ, ਉਹ ਪੂਰੇ ਨਹੀਂ ਹੋਏ। ਲੱਗਦਾ ਕਿ ਜਦੋਂ ਵੀ ਕੋਈ ਮੁਫਤ ਲੋਕਾਂ ਨੂੰ ਚੀਜ਼ ਦਿੱਤੀ ਜਾਂਦੀ ਹੈ ਫਿਰ ਸਭ ਤੋਂ ਵੱਡੀ ਕੁਰਬਾਨੀ ਵੀ ਉਹਨਾਂ ਨੂੰ ਦੇਣੀ ਪੈਂਦੀ ਹੈ। ਕੁਛ ਲਿਆ ਵੀ ਜਾਂਦਾ ਬਾਅਦ ਚ ਲੋਕਾਂ ਨੂੰ, ਜੇ ਅੱਜ ਫ੍ਰੀ ਦੇ ਦਈਏ ਸਰਕਾਰ, ਕੱਲ੍ਹ ਨੂੰ ਲਿਆ ਵੀ ਜਾਊਗਾ। ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਮੁਲਾਜ਼ਮਾਂ ਤੇ ਗਾਜ ਗਿਰ ਸਕਦੀ ਹੈ ਪੀਆਰਟੀਸੀ ਬੱਸਾਂ ਦੇ ਉੱਤੇ? ਕੱਲ੍ਹ ਨੂੰ ਸਰਕਾਰ ਜੇ ਕਹਿ ਦੇਵੇ ਕਿ ਸਾਡਾ ਤਾਂ ਖਜ਼ਾਨਾ ਖਾਲੀ ਹੈ, ਘਾਟੇ ਚੱਲੇਗੀ ਬੱਸਾਂ, ਫਿਰ ਇਹ ਮੁਲਾਜ਼ਮ ਕਿਹੜੇ ਪਾਸੇ ਜਾਣਗੇ? ਜਿਹੜੀ ਤੁਸੀਂ ਘਾਟੇ ਦੀ ਗੱਲ ਕੀਤੀ ਉੱਥੇ ਹੀ ਕਰ ਲਈਏ। ਵਿੱਤ ਮੰਤਰੀ ਪਿਛਲੇ 4 ਸਾਲਾਂ ਤੋਂ ਕਹਿ ਰਿਹਾ ਕਿ ਸਾਡਾ ਖਜ਼ਾਨਾ ਖਾਲੀ। ਜਦੋਂ ਗੱਲ ਕਰੋ ਸਾਡੇ ਨਾਲ ਮੀਟਿੰਗਾਂ ਹੁੰਦੀਆਂ, ਮੈਂ ਕੋਵਿਡ ਕਰਕੇ ਸਾਰਾ ਸੰਸਾਰ ਨੀਚੇ ਚੱਲ ਗਿਆ ਜੀ, ਪੰਜਾਬ ਦੀ ਕੀ ਹੈਸੀਅਤ ਆ, ਅਸੀਂ ਵੀ ਖਾਲੀ ਹੋ ਗਏ ਜੀ, ਅਸੀਂ ਰੈਵਨਿਊ ਕਿੱਥੇ ਲਿਆ, ਸੈਂਟਰ ਗੌਰਮੈਂਟ ਨੇ ਸਾਨੂੰ GST ਨਹੀਂ ਦਿੱਤਾ, ਅਸੀਂ ਕਿੱਥੋਂ। ਹੁਣ ਬੰਦਾ ਪੁੱਛੇ, ਚੁਟਕੀ ਮਾਰਿਆ ਇਲੈਕਸ਼ਨ ਦਾ ਪ੍ਰੋਸੈਸ ਸ਼ੁਰੂ ਹੋਇਆ ਤੇ ਤੁਸੀਂ ਜਿਹੜਾ ਹੈਗਾ ਕਹਿਣ ਲੱਗੇ ਵੀ ਸਾਡੇ ਕੋਲ ਖਜ਼ਾਨਾ ਭਰ ਗਿਆ, ਅਸੀਂ ਜਿਹੜੀ ਆ ਫ੍ਰੀ ਬੱਸ ਜਿਹੜੀ ਆ ਸੇਵਾ ਦੇ ਦਈਏ, ਅਸੀਂ ਅਖਬਾਰਾਂ ਦੇ ਵਿੱਚ ਐਡ ਲਵਾ ਲਈਏ। ਹੁਣ ਪੈਸਾ ਕਿਹੜਾ ਨਾ ਕਿਹੜੀ ਏਜੰਸੀ ਦੇ ਕੇ ਗਈ ਆ, ਕਿਹੜਾ ਬੈਂਕ ਆ, ਕਿਹੜਾ ਕੰਟਰੀ ਆ? ਕੀ ਤੁਸੀਂ ਅਮਰੀਕਾ ਤੋਂ ਪੈਸੇ ਮੰਗ ਕੇ ਲੈ ਆਇਓ ਜਾਂ ਕਿਸੇ ਹੋਰ ਨੇ ਤੁਹਾਨੂੰ ਦੇਤੇ, ਜਾਂ ਤੁਸੀਂ ਘੜਾ ਦੱਬ ਕੇ ਰੱਖਿਆ ਸੀ ਉਹ ਕੱਢ ਲਿਆ? ਹੁਣ ਪੈਸਾ ਆਇਆ ਤੇ ਆਇਆ ਕਿੱਥੋਂ ਆ? ਸੋ ਕਹਿਣ ਤੋਂ ਮਤਲਬ ਬੇਵਕੂਫ ਬਣਾਉਣਾ ਇਹਨਾਂ ਦੀ ਫਿਤਰਤ ਦੇ ਵਿੱਚ ਆ। ਜਿੱਥੋਂ ਤੱਕ ਸਾਡੀਆਂ ਡਿਮਾਂਡਾਂ ਦੀ ਗੱਲ ਤੁਸੀਂ ਕੀਤੀ ਆ ਜਾਂ ਰੋਡਵੇ ਦੀ ਗੱਲ ਕੀਤੀ ਆ, ਇਹਦੇ ਵਿੱਚ ਸਾਡੇ ਮੁਲਾਜ਼ਮਾਂ ਨੂੰ ਘਾਟਾ ਕਿ ਸਮਾਜ ਨੂੰ ਵੀ ਘਾਟਾ। ਦੇਖੋ, ਜੇ ਉਹ ਪੋਸਟਾਂ ਬਚਣਗੀਆਂ, ਜਿਹੜੇ ਜਿੱਥੇ ਉਹ ਬੱਚਿਆਂ ਨੇ ਆਉਣਾ ਸੀਗਾ, ਰੁਜ਼ਗਾਰ ਪ੍ਰਾਪਤ ਹੋਣਾ ਸੀ, ਜਦੋਂ ਉਹ ਇੱਕ ਸੰਸਥਾ ਪੰਜਾਬ ਰੋਡਵੇ ਜਾਂ ਪੈਪਸੂ ਘਾਟੇ 'ਚ ਚਲੇਗੀ ਤੇ ਬੱਸਾਂ ਦੀ ਰਿਪੇਅਰ ਲਈ ਵੀ ਪੈਸੇ ਨਾ ਮਿਲੇ, ਜਿਵੇਂ ਹੁਣ ਜਾ ਕੇ ਦੇਖੋ ਡਿਪੂਆਂ 'ਚ ਬੱਸਾਂ ਖੜੀਆਂ ਨੇ ਪਰ ਬੱਸਾਂ ਦੀ ਰਿਪੇਅਰ ਲਈ ਪੈਸੇ ਨਹੀਂ ਹੈਗੇ, ਨਵੀਆਂ ਬੱਸਾਂ ਪਾਉਣ ਲਈ ਪੈਸੇ ਨਹੀਂ ਹੈਗੇ, ਤਾਂ ਐਡੇ ਵੱਡੇ ਡੀਪੂ ਜਿੱਥੇ ਜਿਹੜੇ ਹਜ਼ਾਰਾਂ ਏਕੜ ਦੇ ਵਿੱਚ ਪੰਜਾਬ 'ਚ ਹੈਗੇ ਨੇ, ਉਹ ਜ਼ਮੀਨ ਵੀ ਐਂ ਪਈ ਰਹੇਗੀ। ਪਹਿਲੇ ਇਹ ਕੀ ਕਰਨਗੇ, ਬੱਸਾਂ ਜਦੋਂ ਖਤਮ ਹੋ ਗਿਆ ਜੀ, ਪੈਸੇ ਹੈ ਨਹੀਂ, ਉਹਨੂੰ ਪ੍ਰਾਈਵੇਟ ਹੱਥਾਂ 'ਚ ਦੇ ਦੇਣਗੇ ਜਾਂ ਉਹਦੀ ਥਾਂ 'ਤੇ ਪ੍ਰਾਈਵੇਟਾਈਜ਼ ਜਿਹੜਾ ਉਹ ਹੋ ਜਾਊਗਾ। ਫਿਰ ਹੌਲੀ ਹੌਲੀ ਇਹ ਜਿਹੜੀਆਂ ਸਾਡੀਆਂ ਜਗ੍ਹਾਵਾਂ ਨੇ ਡੀਪੂਆਂ ਦੀਆਂ, ਜਿਹੜੇ ਬੱਸ ਅੱਡੇ ਨੇ, ਉਹ ਵੀ ਮਹਿੰਗੇ ਭਾਅ 'ਤੇ ਵੇਚਣਗੇ ਤੇ ਸਾਡੇ ਸਮਾਜ ਨੂੰ ਇਹਦਾ ਕੀ ਹੋਊਗਾ ਨੁਕਸਾਨ ਕਿ ਜਿਹੜੇ ਉਹ ਘਰਾਣੇ ਨੇ ਫਿਰ ਉਹ ਆਪਣੇ ਹਿਸਾਬ ਨਾਲ ਰੇਟ ਲਾਉਣਗੇ। ਅੱਜ ਅਸੀਂ ਫ੍ਰੀ ਸਫ਼ਰ ਕਰਕੇ ਖੁਸ਼ ਹੋਵਾਂਗੇ ਪਰ ਆਉਣ ਵਾਲੇ ਟਾਈਮ 'ਚ ਅਸੀਂ ਦੁੱਗਣਾ ਪੇ ਕਰਾਂਗੇ। ਜਿਵੇਂ ਜੀਓ ਨੇ ਪਹਿਲੇ ਫ੍ਰੀ 'ਚ ਸਾਨੂੰ ਸਿਮ ਦਿੱਤੇ, ਬਾਅਦ 'ਚ ਉਹੀ 10 ਗੁਣਾ ਵੱਧ ਸਾਡੇ ਕੋਲ ਪੇਮੈਂਟਾਂ ਲਈਆਂ। ਇਵੇਂ ਹੀ ਅੱਜ ਅਸੀਂ ਫ੍ਰੀ ਸਫ਼ਰ ਕਰਾਂਗੇ। ਜਿੱਦਣ ਟਰਾਂਸਪੋਰਟ ਸਾਡੀ ਪੰਜਾਬ ਰੋਡਵੇ ਬੰਦ ਹੋ ਗਈ ਜਾਂ ਪੈਪਸੂ ਬੰਦ ਹੋ ਗਈ, ਉਦੋਂ ਉਤੋਂ ਕਈ ਗੁਣਾ ਵੱਧ ਸਾਨੂੰ ਪੇਮੈਂਟ ਕਰਨੀ। ਉਦੋਂ ਸਾਡੀਆਂ ਅੱਖਾਂ ਖੁੱਲ੍ਹਣੀਆਂ ਜੀ ਇਹ ਕੀ ਹੋ ਗਿਆ। ਉੱਥੇ ਜਿਹੜੀ ਸਾਨੂੰ ਸਾਡੇ ਸਾਥੀਆਂ ਨੂੰ ਉੱਥੇ ਇੰਪਲੋਇਮੈਂਟ ਮਿਲਣਾ ਉਹ ਵੀ ਬੰਦ ਹੋ ਜਾਣਾ। ਸੋ ਕਹਿਣ ਤੋਂ ਮਤਲਬ ਆ ਕਿ ਹੌਲੀ ਹੌਲੀ ਜਿਹੜੇ ਸਾਡੇ ਸੰਸਥਾਨ ਨੇ, ਸਰਕਾਰੀ ਸੰਸਥਾਨ ਨੇ, ਜਿਹੜੇ ਲੋਕ ਹਿੱਤ ਵਿੱਚ ਬਣੇ ਸੀ, ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਚਾਲ ਆ। ਤੁਸੀਂ ਜਦੋਂ ਮੀਟਿੰਗਾਂ ਕਰਦੇ ਹੋ ਸਰਕਾਰ ਨਾਲ, ਕਿਉਂਕਿ ਤੁਹਾਡੇ ਵੀ ਆਪਦੇ ਵੀ ਬੜੇ ਮਸਲੇ ਹੈਗੇ ਨੇ, ਜੋ ਵਾਅਦੇ ਪੂਰੇ ਹੋਏ ਸੀ ਪੂਰੇ ਨਹੀਂ ਕੀਤੇ ਗਏ ਵਾਅਦੇ, ਤੁਹਾਡੀ ਮੀਟਿੰਗ ਹੁੰਦੀ ਹੈ, ਵਿੱਤ ਮੰਤਰੀ ਨੇ ਕੀ ਗੱਲਬਾਤ ਹੁੰਦੀ ਹੈ ਜਾਂ ਪੰਜਾਬ ਸਰਕਾਰ ਦੇ ਨੁਮਾਇੰਦੇ ਨਾਲ ਕੋਈ ਗੱਲਬਾਤ ਹੁੰਦੀ ਹੈ ਤੇ ਮੀਟਿੰਗਾਂ 'ਚ ਕੀ ਕਹਿੰਦੇ ਨੇ ਕਿ ਉਹ ਵਾਅਦੇ ਪੂਰੇ ਕਰਨਗੇ ਕਿ ਇਹੀ ਹਾਲੇ ਚਰਚਾ ਚੱਲਦੀ ਵੀ ਖਜ਼ਾਨਾ ਖਾਲੀ ਹੈ, ਅਸੀਂ ਪੂਰੇ ਨਹੀਂ ਕਰ ਸਕਦੇ, ਕੋਵਿਡ ਦਾ ਬਹਾਨਾ ਹੁੰਦਾ? ਦੇਖੋ, ਹਰ ਵਾਰੀ ਜੋ ਤੁਸੀਂ ਜਵਾਬ ਆਪ ਹੀ ਦੇਤਾ, ਬਿਲਕੁਲ ਇਹੀ ਜਵਾਬ ਹੁੰਦਾ ਕਿ ਅਸੀਂ ਕਰ ਰਹੇ ਆ, ਕੁਛ ਨਾ ਕੁਛ ਕਰ ਰਹੇ ਆ। ਇੱਕੋ ਬੜੀ ਗੱਲ ਕਰਦੇ ਹੁੰਦੇ ਆ ਕਿ ਜਿਹੜੀ ਸਰਕਾਰ ਹੋਇਆ ਕਰਦੀ ਆ ਉਹ ਮਾਂ ਹੋਇਆ ਕਰਦੀ ਆ ਤੇ ਉਹ ਆਪਣੇ ਬੱਚਿਆਂ ਬਾਰੇ ਸੋਚਦੀ ਆ। ਪਰ ਉਹਦਾ ਜਵਾਬ ਕਈ ਵਾਰ ਦਿੱਤਾ ਮੈਂ ਮੀਡੀਆ ਦੇ ਥਰੂ, ਉੱਥੇ ਵੀ ਉਹਨਾਂ ਨੂੰ ਦਿੱਤਾ ਕਿ ਜੇ ਮਾਂ ਹੋਇਆ ਕਰਦੀ, ਮਾਂ ਤਾਂ ਭੁੱਖੀ ਰਿਹਾ ਕਰਦੀ ਆ, ਬੱਚਿਆਂ ਦਾ ਪੇਟ ਪਾਲਦੀ ਆ। ਪਰ ਇੱਥੇ ਕੀ ਹੋ ਰਿਹਾ, ਇੱਥੇ ਤਾਂ ਮਾਂ ਰੱਜ ਰਹੀ ਆ, ਰੱਜ ਕੇ ਢਿੱਡ ਪਟਣ ਜੋਗੇ ਹੋ ਗਏ ਇਹਨਾਂ ਦੇ, ਫਿਰ ਵੀ ਇਹ ਰੱਜ ਨਹੀਂ ਰਹੇ। ਦੇਖੋ, ਅਸੀਂ ਪੈਨਸ਼ਨ ਮੰਗਦੇ ਹਾਂ, ਅਸੀਂ ਤਾਂ ਇੱਕ ਪੈਨਸ਼ਨ ਮੰਗ ਰਹੇ ਹਾਂ ਤੇ ਇਹ ਆਪ 5-5 6-6 ਪੈਨਸ਼ਨਾਂ ਲੈ ਰਹੇ ਆ। ਫਿਰ ਜਦੋਂ ਇਹ ਮਾਂ ਬਣੇ ਤੇ ਆਪਣੀਆਂ ਪੈਨਸ਼ਨਾਂ ਕਿਉਂ ਨਹੀਂ ਛੱਡਦੇ? ਜਿੱਦਣ ਸਾਨੂੰ ਪੈਨਸ਼ਨ ਦੇ ਦੇਣਗੇ ਉਦੋਂ ਲੈ ਲੈਣ। ਉੱਥੇ ਡਬਲ ਸਟੈਂਡਰਡ। ਸਾਡੇ ਜਿਹੜੇ ਸਾਥੀਆਂ ਨੇ, ਇਹਨਾਂ ਨੇ ਵਾਅਦੇ ਕੀਤੇ ਸੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ, ਰੁਜ਼ਗਾਰ ਇਹਨਾਂ ਨੇ ਕਿਹਾ ਸੀ ਅਸੀਂ ਰੁਜ਼ਗਾਰ ਦੇਵਾਂਗੇ। ਹੁਣ ਰੁਜ਼ਗਾਰ ਕਿੱਥੋਂ ਆਊ? ਫਿਰ ਇਹ ਜਿਹੜਾ ਡਬਲ ਸਟੈਂਡਰਡ ਦੇਖੋ, ਫਿਰ ਲੋਕਾਂ ਨੂੰ ਬੇਵਕੂਫ ਬਣਾ ਰਹੇ, ਰੁਜ਼ਗਾਰ ਦੇਵਾਂਗੇ। ਹੁਣ ਤੁਸੀਂ ਰੋਡਵੇਜ਼ ਬੰਦ ਕਰਨ ਦੀ ਤਿਆਰੀ ਆ, ਨਾਲ ਦੀ ਨਾਲ ਇਹਨਾਂ ਨੇ ਰੀਸਟਰਕਚਰਿੰਗ ਦੇ ਨਾਮ 'ਤੇ 50% ਪੋਸਟਾਂ ਅਬੋਲਿਸ਼ ਕਰਤੀਆਂ। ਹੁਣ ਉਹਨਾਂ ਦੇ ਜਿਹੜੇ ਸੀਗੇ ਅਗੇਂਸਟ ਬੰਦਿਆਂ ਨੂੰ ਭਰਤੀ ਕਰਨਾ ਸੀ, ਜਦੋਂ ਪੋਸਟਾਂ ਹੀ ਖਤਮ ਹੋ ਗਈਆਂ, ਭਰਤੀ ਕਿੱਥੇ ਕਰਨਗੇ? ਸੋ ਬੇਵਕੂਫ ਬਣਾਇਆ ਜਾ ਰਿਹਾ। ਅਸੀਂ ਲੋਕਾਂ ਨੂੰ ਕਹਿ ਰਹੇ ਜਾਗੋ ਜਾਗੋ, ਇਹੋ ਜਿਹੀਆਂ ਜਿਹੜੀਆਂ ਇਹ ਹਰਕਤਾਂ ਕਰ ਰਹੇ ਉਹਨਾਂ ਨੂੰ ਪਹਿਚਾਨੋ। ਇਹ ਨਾ ਹੋਵੇ
ਟਾਈਮ ਲੰਘ ਜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਅਸੀਂ ਹੁਣ ਗੁਲਾਮ ਬਣਾ ਲਏ ਗਏ ਨੇ ਪਰ ਦਿਖ ਨਹੀਂ ਰਿਹਾ, ਆਉਣ ਵਾਲਾ ਸਮਾਂ ਬੜਾ ਔਖਾ ਨਾ। ਇਹੋ ਜਿਹੀਆਂ ਚੀਜ਼ਾਂ 'ਚ ਨਾ ਫਸੀਏ। ਕੋਈ 200 400 ਤੋਂ ਵੱਧ 500 ਮਹੀਨੇ ਦਾ ਕੋਈ ਸਫ਼ਰ ਨਹੀਂ ਕਰਦਾ। 500 ਰੁਪਈਆ ਖਰਚ ਕੇ ਇਹ ਬਚਾਉਣ ਦੇ ਲਈ ਇਹ ਨਾ ਹੋਵੇ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਜਿਹੜਾ ਇਹਦੇ ਵਿੱਚ ਫਸਾ ਦਈਏ। ਸੋ ਸਾਡੀ ਜਿਹੜੀ ਲੜਾਈ ਆ ਉਹ ਜਾਰੀ ਰਹੇਗੀ। ਸਮਾਜ ਦੇ ਹਰ ਤਬਕੇ ਨਾਲ ਜਿਹੜਾ ਮੁਲਾਜ਼ਮ ਵਰਗ ਖੜੇਗਾ, ਕਿਉਂਕਿ ਮੰਗਾਂ ਹੁਣ ਸਿਰਫ ਮੁਲਾਜ਼ਮਾਂ ਦੀਆਂ ਨਹੀਂ, ਇਹ ਮੰਗਾਂ ਸਮਾਜ ਦੀਆਂ। ਪੈਨਸ਼ਨ ਲੈਣੀ ਆ ਪੁਰਾਣਿਆਂ ਨੂੰ ਮਿਲ ਰਹੀ ਆ, ਜਿਹੜੇ ਸਮਾਜ 'ਚੋਂ ਸਾਥੀ ਆਣਗੇ ਪੈਨਸ਼ਨ ਦੀ ਲੋੜ ਉਹਨਾਂ ਨੂੰ ਆ। ਜੇ ਪੋਸਟਾਂ ਬਚਣਗੀਆਂ ਤੇ ਜਿਹੜੇ ਸਾਥੀ ਸਮਾਜ 'ਚੋਂ ਆਣਗੇ ਉਹ ਉਹਦੇ ਅਗੇਂਸਟ ਜਿਹੜੇ ਆ ਇੰਪਲੋਇਮੈਂਟ 'ਚ ਸਾਨੂੰ ਇੰਪਲੋਇਮੈਂਟ ਮਿਲਿਆ ਹੋਇਆ। ਜੇ ਸੈਂਟਰ ਦਾ ਪੇ ਕਮਿਸ਼ਨ ਲਾਗੂ ਕਰਦੇ ਆ, ਅਸੀਂ ਤੇ ਪੰਜਾਬ ਦਾ ਪੇ ਕਮਿਸ਼ਨ ਲੈ ਰਹੇ ਹਾਂ, ਸਾਡੇ ਤੋਂ ਘੱਟ ਜਿਹੜੀ ਆ ਤਨਖਾਹਾਂ ਹੈਗੀਆਂ ਉਹ ਸੈਂਟਰ ਦੀਆਂ, ਉਹ ਜਿਹੜੇ ਸਮਾਜ 'ਚੋਂ ਸਾਥੀ ਆਣਗੇ ਉਹਨਾਂ ਨੂੰ ਮਿਲਣਗੀਆਂ। ਸੋ ਜਾਗਣ ਦੀ ਲੋੜ ਸਮਾਜ ਨੂੰ ਆ। ਅਸੀਂ ਜਗਾ ਰਹੇ ਹਾਂ, ਅਸੀਂ ਸਮਾਜ ਨਾਲ ਖੜਾਂਗੇ, ਆਪਣਾ ਫਰਜ਼ ਪੂਰਾ ਕਰਾਂਗੇ। ਮੇਰਾ ਆਖਰੀ ਸਵਾਲ ਹੈ ਕਿ ਹੁਣ ਪੰਜਾਬ 'ਚ ਸਾਰੀਆਂ ਬੀਬੀਆਂ ਔਰਤਾਂ ਖੁਸ਼ ਨੇ, ਪਰਿਵਾਰ ਵੀ ਖੁਸ਼ ਹੈਗੇ ਨੇ ਕਿ ਬੱਸਾਂ ਦਾ ਸਫ਼ਰ ਸਾਨੂੰ ਫ੍ਰੀ ਮਿਲਦਾ ਪਿਆ। ਤਾਂ ਲੱਗਦਾ ਕਿ ਬੱਸਾਂ ਦਾ ਸਫ਼ਰ ਫ੍ਰੀ ਕਰਕੇ ਜਿਨ੍ਹਾਂ ਨੂੰ ਨੌਕਰੀ ਮਿਲਣੀ ਸੀ ਪਨ ਬੱਸ ਵਿੱਚ ਜਾਂ ਰੋਡ ਵਿੱਚ, ਉਹ ਖਤਮ ਕਰ ਦਿੱਤੀਆਂ ਗਈਆਂ ਨੇ। ਹੁਣ ਲੋਕੀ ਨੌਕਰੀਆਂ ਨਹੀਂ ਮੰਗਣਗੇ, ਉਸ ਪਾਸੇ ਲੋਕਾਂ ਦਾ ਖਿਆਲ ਨਹੀਂ ਜਾਊਗਾ ਕਿ ਲੋਕੀ ਪਹਿਲਾਂ ਵੀ ਸਰਕਾਰ ਦੇ ਦਬਾਅ ਬਣਾਉਂਦੇ ਸੀ ਕਿ ਸਾਨੂੰ ਰੋਡ ਵਿੱਚ ਪੱਕੇ ਕਰੋ, ਮੁਲਾਜ਼ਮ ਪੱਕੇ ਕਰੋ। ਹੁਣ ਉਸ ਪਾਸੇ ਧਿਆਨ ਭਟਕਾ ਦਿੱਤਾ ਗਿਆ। ਦੇਖੋ, ਭਟਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਜਿਵੇਂ ਤੁਸੀਂ ਇਹ ਸਵਾਲ ਕਰ ਰਹੇ ਹੋ, ਅੱਜ ਕੱਲ੍ਹ ਸੋਸ਼ਲ ਮੀਡੀਆ ਜਿਹੜਾ ਬਹੁਤ ਕੁਝ ਨਵਾਂ ਕਰਕੇ ਦਿਖਾ ਰਿਹਾ। ਇਸੇ ਤਰ੍ਹਾਂ ਜੇ ਸਾਡੇ ਸਾਰੇ ਸੋਸ਼ਲ ਮੀਡੀਆ ਦੇ ਵੀਰ ਭੈਣ ਭਰਾ ਅੱਗੇ ਆ ਕੇ ਆ ਚੀਜ਼ ਨੂੰ ਚੱਕਦੇ ਰਹੇ ਵੀ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਨਾ ਫਸੀਏ। ਪੰਜਾਬ ਸਾਡਾ ਘਰ ਆ, ਸਮਾਜ ਸਾਡਾ ਘਰ ਆ। ਜੇ ਸਮਾਜ ਦੇ ਵਿੱਚੋਂ ਗੰਦ ਕੱਢਣਾ ਝਾੜੂ ਮਾਰ ਕੇ, ਤਾਂ ਇਹੋ ਜਿਹੇ ਲੋਕਾਂ ਨੂੰ ਕੱਢੀਏ ਜਿਹੜਾ ਸਾਡਾ ਬੇਵਕੂਫ ਬਣਾ ਰਹੇ ਨੇ। ਜਿਹੜੀਆਂ ਚੀਜ਼ਾਂ ਸਾਨੂੰ ਲੋੜ ਆ ਉਹਦੇ ਲਈ ਕੰਮ ਕਰੀਏ। ਅਸੀਂ ਕਮਾਉਂਦੇ ਕਿਉਂ ਆ? ਆਪਣੇ ਬਾਲ ਬੱਚਿਆਂ ਲਈ, ਕਿ ਉਹਨਾਂ ਦਾ ਭਵਿੱਖ ਜਿਹੜਾ ਹੈਗਾ ਉਹ ਸੁਨਹਿਰੀ ਹੋਵੇ, ਤਾਂ ਕਿ ਉਹ ਆਪਣੇ ਜ਼ਿੰਦਗੀ ਦਾ ਨਿਰਵਾਹ ਕਰ ਸਕਣ। ਜੇ ਇਹੋ ਜਿਹੀਆਂ ਚੀਜ਼ਾਂ ਲੈ ਕੇ ਅੱਜ ਅਸੀਂ ਕੁਛ ਟਾਈਮ ਬੀਇੰਗ ਥੋੜ੍ਹੇ ਜਿਹੇ ਸਮੇਂ ਦੇ ਲਈ ਉਹਦੇ ਵਿੱਚ ਗਵਾਚ ਜਾਂਦੇ ਹਾਂ, ਤਾਂ ਸਾਨੂੰ ਦਿਖਦਾ ਨਹੀਂ ਕਿ ਆਉਣ ਵਾਲਾ ਸਮਾਂ ਕੀ ਹੋਊਗਾ। ਉਹ ਨੌਜਵਾਨ ਪੀੜ੍ਹੀ ਲਈ ਬਹੁਤ ਖਤਰਨਾਕ ਹੋਊਗਾ। ਸੋ ਲੋਕਾਂ ਦੇ ਵਿੱਚ ਇਹਨੂੰ ਜਿੰਨਾ ਹੀ ਉਤਸ਼ਾਹਿਤ ਕਰਾਂਗੇ, ਇਸ ਚੀਜ਼ ਨੂੰ ਦੱਸਾਂਗੇ ਵੀ ਭਾਈ ਬਚੋ ਬਚੋ ਬਚੋ। ਜਦੋਂ ਜਿਹੜੇ ਆ ਜੇਕਰ ਉਹਨਾਂ ਦੇ ਜਿਹੜੇ ਚੇਤਨ ਦਿਮਾਗ ਆ, ਜੇ ਉਹਨਾਂ ਦੇ ਉਹਦੇ ਵਿੱਚ ਆ ਚੀਜ਼ ਬੈਠ ਗਈ, ਤਾਂ ਸਰਕਾਰ ਨੂੰ ਲੈਣੇ ਦੇ ਦੇਣੇ ਪੈ ਜਾਣਗੇ। ਸੋ ਲੋੜ ਆ ਕਿ ਆਪਾਂ ਸਾਰੇ ਇਕੱਠੇ ਹੋ ਕੇ ਲੋਕਾਂ ਨੂੰ ਚੇਤਨ ਕਰੀਏ। ਤੇ ਸਾਰੀ ਗੱਲ ਬਸ ਸੁਣੀਏ। ਸਾਡੇ ਨਾਲ ਮੌਜੂਦ ਸਨ ਸੁਖਚੈਨ ਸਿੰਘ, ਜਿਨ੍ਹਾਂ ਨੇ ਕਾਫੀ ਸਵਾਲਾਂ ਜਵਾਬ ਦਿੱਤੇ ਨੇ, ਕਿਉਂਕਿ ਲਗਾਤਾਰ ਇਹਨਾਂ ਦੀ ਮੰਗਾਂ ਹੈਗੀਆਂ ਨੇ ਵੀ ਸਰਕਾਰੀ ਮੁਲਾਜ਼ਮ ਨੇ, ਇਹਨਾਂ ਦੀ ਮੰਗਾਂ ਨੇ ਜੋ ਮੈਨੀਫੈਸਟੋ ਵਿੱਚ ਕੈਪਟਨ ਸਰਕਾਰ ਨੇ ਲਿਖਿਆ ਸੀ, ਡੀਏ ਹੋ ਗਏ ਜਾਂ ਪੈਨਸ਼ਨਾਂ ਬਹਾਲ ਕਰਨੀਆਂ, ਉਹ ਹਾਲਾਂਕਿ ਵਾਅਦੇ ਪੂਰੇ ਨਹੀਂ ਹੋਏ। ਲਗਾਤਾਰ ਮੀਟਿੰਗਾਂ ਵੀ ਹੁੰਦੀਆਂ ਨੇ, ਅਫਸਰ ਵੀ ਉੱਥੇ ਆਉਂਦੇ ਨੇ, ਪੰਜਾਬ ਸਰਕਾਰ ਦੇ ਨੁਮਾਇੰਦੇ ਵੀ ਆਉਂਦੇ ਨੇ, ਪਰ ਕੋਈ ਸਿੱਟਾ ਨਹੀਂ ਨਿਕਲਿਆ। 1 ਸਾਲ ਰਹਿ ਗਿਆ ਚੋਣਾਂ ਨੂੰ, ਕਿ ਚੋਣਾਂ ਤੋਂ ਪਹਿਲਾਂ ਜੋ ਸਫ਼ਰ ਹੈ ਬੱਸਾਂ ਦਾ ਫ੍ਰੀ ਕਰਨਾ ਇੱਕ ਸਟੰਟ ਹੈ ਕਿ ਸਾਨੂੰ ਕੋਈ ਮੁਫਤ ਦੀ ਚੀਜ਼ ਦੇ ਕੇ ਸਾਨੂੰ ਉਸ ਦਾ ਬਾਅਦ ਵੀ ਜਾ ਕੇ ਹਰਜਾਨਾ ਭਰਨਾ ਪਵੇਗਾ। ਇਸ ਉੱਪਰ ਵੀ ਚਰਚਾ ਹੋਏਗੀ ਕਿ ਵਾਕਈ ਸਰਕਾਰ ਜੋ ਹੈ, ਜੋ ਨੌਕਰੀਆਂ ਮੰਗਦੇ ਸੀ ਰੋਡਵੇਜ਼ ਦੇ ਵਿੱਚ, ਜਾਂ ਕਹਿੰਦੇ ਸੀ ਕੱਚੇ ਮੁਲਾਜ਼ਮ ਸਾਨੂੰ ਪੱਕੇ ਕਰੋ, ਹੁਣ ਉਹ ਮੰਗਣਗੇ ਨੌਕਰੀਆਂ। ਕਿ ਸਰਕਾਰ ਆਉਣ ਵਾਲੇ ਸਮੇਂ ਵਿੱਚ ਇਹ ਵੀ ਕਹਿ ਦੇਗੀ ਕਿ ਰੋਡਵੇ ਘਾਟੇ ਵਿੱਚ ਹੈ, ਹੁਣ ਮੁਲਾਜ਼ਮਾਂ ਨੂੰ ਛੁੱਟੀ ਕਰ ਦਿੱਤੀ ਜਾਵੇਗੀ, ਕਿ ਪੈਨਸ਼ਨਾਂ ਵੀ ਬਹਾਲ ਹੋਣਗੀਆਂ। ਕਿਉਂਕਿ ਮੁਫਤ ਵਿੱਚ ਕੋਈ ਵੀ ਚੀਜ਼ ਦਿੱਤੀ ਜਾਂਦੀ ਹੈ, ਬਾਅਦ 'ਚੋਂ ਜਾ ਕੇ ਉਹਦੀ ਕਿਤੇ ਨਾ ਕਿਤੇ ਭਰਪਾਈ ਹੈ ਆਮ ਲੋਕ ਹੀ ਕਰਦੇ ਨੇ। ਤੁਸੀਂ ਸਾਡੇ ਨਾਲ ਜੁੜੇ ਰਹਿਣਾ ਪੰਜਾਬ ਨਿਊਜ਼ ਦੇ ਨਾਲ, ਤੁਹਾਨੂੰ ਅਸੀਂ ਪਲ ਪਲ ਦੀ ਅਪਡੇਟ ਦਿੰਦੇ ਰਹਾਂਗੇ।